हेलो बेटा, ਹੁਣ ਵਾਰੀ ਆ ਗਈ ਤੁਹਾਡੀ ਸੈਲਫ ਚੈੱਕ ਕਰਨ ਦੀ। ਆਨਸਰਸ ਦੇ ਸਮੇਤ ਇਹ ਸਾਰੀ ਵੀਡੀਓ ਹੈ। ਤੁਸੀਂ ਆਪਣੇ ਆਨਸਰਸ ਦੇ ਨਾਲ ਮੇਲ ਕਰਾ ਕੇ ਜਿੰਨੇ ਤੁਹਾਡੇ ਇਮਾਨਦਾਰੀ ਨਾਲ ਮਾਰਕਸ ਬਣਦੇ ਹੈ ਉਹ ਲਗਾ ਕੇ ਪਿਕ ਖਿੱਚਣੀ ਹੈ ਅਤੇ ਵਟਸਐਪ ਗਰੁੱਪ ਵਿੱਚ ਸੈਂਡ ਕਰ ਦੇਣੀ ਹੈ। ਸ਼ਾਬਾਸ਼ ਬੇਟਾ, ਵੈਰੀ ਗੁੱਡ। ਟੌਪਿਕ ਹੈ ਜੁਡੀਸ਼ਰੀ ਅੰਡਰ ਇੰਡੀਅਨ ਕੌਂਸਟੀਟਿਊਸ਼ਨ, ਭਾਰਤੀ ਸੰਵਿਧਾਨ ਦੇ ਅਧੀਨ ਨਿਆਂਪਾਲਿਕਾ। ਆਸ ਆ ਤੁਸੀਂ ਤਿਆਰੀ ਕਰਕੇ ਆਏ ਹੋਗੇ। ਪਹਿਲਾ ਸਵਾਲ ਇਹ ਰਿਹਾ ਤੁਹਾਡੀ ਸਕਰੀਨ 'ਤੇ। ਪ੍ਰਸ਼ਨ ਹੈ, ਜੋ ਲੋਕ ਮਾਨਹਾਨੀ ਕਰਦੇ ਹਨ ਉਹਨਾਂ ਨੂੰ ਸਜ਼ਾ ਦੇਣ ਦੀ ਤਾਕਤ ਇਹਨਾਂ ਵਿੱਚੋਂ ਕਿਸ ਕੋਲ ਹੈ? Who has the power among these to punish the persons who contempt? ਜੋ ਮਾਨਹਾਨੀ ਕਰਦੇ ਹਨ ਉਹਨਾਂ ਨੂੰ ਸਜ਼ਾ ਦੇਣ ਦੀ ਤਾਕਤ ਇਹਨਾਂ ਵਿੱਚੋਂ ਕਿਸ ਕੋਲ ਹੈ? ਆਪਸ਼ਨਸ ਆਰ A, ਇੰਡੀਅਨ ਪਾਰਲੀਮੈਂਟ, B, ਪ੍ਰੈਜ਼ੀਡੈਂਟ ਆਫ ਇੰਡੀਆ, C, ਸੁਪਰੀਮ ਕੋਰਟ ਆਫ ਇੰਡੀਆ, or D, ਇੰਡੀਅਨ ਕੌਂਸਟੀਟਿਊਸ਼ਨ। I repeat, A, ਭਾਰਤੀ ਸੰਸਦ, B, ਭਾਰਤ ਦੇ ਮਹਾਮਹਿਮ ਰਾਸ਼ਟਰਪਤੀ, C, ਸਰਵਉੱਚ ਅਦਾਲਤ, ਜਾਂ D, ਭਾਰਤੀ ਸੰਵਿਧਾਨ। And the correct answer is ਪ੍ਰਸ਼ਨ ਹੈ, ਭਾਰਤ ਦੇ ਸਰਵਉੱਚ ਅਦਾਲਤ ਦੀਆਂ ਸ਼ਕਤੀਆਂ ਨੂੰ ਕੌਣ ਵਧਾ ਸਕਦਾ ਹੈ ਪਰ ਘਟਾ ਨਹੀਂ ਸਕਦਾ? Who can increase the powers of the Supreme Court but cannot reduce it? ਭਾਰਤ ਦੀ ਸਰਵਉੱਚ ਅਦਾਲਤ ਦੀਆਂ ਸ਼ਕਤੀਆਂ ਕੌਣ ਵਧਾ ਸਕਦਾ ਹੈ ਪਰ ਘਟਾ ਨਹੀਂ ਸਕਦਾ? ਆਪਸ਼ਨਸ ਆਰ A, ਇੰਡੀਅਨ ਪਾਰਲੀਮੈਂਟ, B, ਪ੍ਰੈਜ਼ੀਡੈਂਟ ਆਫ ਇੰਡੀਆ, C, ਸੁਪਰੀਮ ਕੋਰਟ ਆਫ ਇੰਡੀਆ, or D, ਇੰਡੀਅਨ ਕੌਂਸਟੀਟਿਊਸ਼ਨ। I repeat, A, ਭਾਰਤੀ ਸੰਸਦ, B, ਭਾਰਤ ਦੇ ਮਹਾਮਹਿਮ ਰਾਸ਼ਟਰਪਤੀ, C, ਸਰਵਉੱਚ ਅਦਾਲਤ, ਜਾਂ D, ਭਾਰਤੀ ਸੰਵਿਧਾਨ। and the correct answer is ਪ੍ਰਸ਼ਨ ਹੈ ਬੇਟਾ, ਸਰਵਉੱਚ ਅਦਾਲਤ ਦੇ ਹਰ ਇੱਕ ਜੱਜ ਦੀ ਨਿਯੁਕਤੀ ਕੌਣ ਕਰਦਾ ਹੈ? Who appoints every judge of Supreme Court? ਸਰਵਉੱਚ ਅਦਾਲਤ ਦੇ ਹਰੇਕ ਜੱਜ ਦੀ ਨਿਯੁਕਤੀ ਕੌਣ ਕਰਦਾ ਹੈ? ਆਪਸ਼ਨਸ ਆਰ A, ਇੰਡੀਅਨ ਪਾਰਲੀਮੈਂਟ, B, ਪ੍ਰੈਜ਼ੀਡੈਂਟ ਆਫ ਇੰਡੀਆ, C, ਸੁਪਰੀਮ ਕੋਰਟ ਆਫ ਇੰਡੀਆ, or D, ਇੰਡੀਅਨ ਕੌਂਸਟੀਟਿਊਸ਼ਨ। I repeat, A, ਭਾਰਤੀ ਸੰਸਦ, B, ਭਾਰਤ ਦੇ ਮਹਾਮਹਿਮ ਰਾਸ਼ਟਰਪਤੀ, C, ਸਰਵਉੱਚ ਅਦਾਲਤ, ਜਾਂ D, ਭਾਰਤੀ ਸੰਵਿਧਾਨ। and the correct answer is ਪ੍ਰਸ਼ਨ ਹੈ ਬੇਟਾ, ਸਰਵਉੱਚ ਅਦਾਲਤ ਦੇ ਜੱਜ ਨੂੰ ਕੇਵਲ ਦੁਰਵਿਹਾਰ ਅਤੇ ਅਯੋਗਤਾ ਦੇ ਕਾਰਨ ਕੌਣ ਹਟਾ ਸਕਦਾ ਹੈ? Who can remove a judge of Supreme Court only on the ground for misbehavior and incapacity? ਸਰਵਉੱਚ ਅਦਾਲਤ ਦੇ ਜੱਜ ਨੂੰ ਕੇਵਲ ਦੁਰਵਿਹਾਰ ਅਤੇ ਅਯੋਗਤਾ ਦੇ ਕਾਰਨ ਕੌਣ ਅਹੁਦੇ ਤੋਂ ਹਟਾ ਸਕਦਾ ਹੈ? ਆਪਸ਼ਨਸ ਆਰ A, ਇੰਡੀਅਨ ਪਾਰਲੀਮੈਂਟ, B, ਪ੍ਰੈਜ਼ੀਡੈਂਟ ਆਫ ਇੰਡੀਆ, C, ਸੁਪਰੀਮ ਕੋਰਟ ਆਫ ਇੰਡੀਆ, or D, ਇੰਡੀਅਨ ਕੌਂਸਟੀਟਿਊਸ਼ਨ। I repeat, A, ਭਾਰਤੀ ਸੰਸਦ, B, ਭਾਰਤ ਦੇ ਮਹਾਮਹਿਮ ਰਾਸ਼ਟਰਪਤੀ, C, ਸਰਵਉੱਚ ਅਦਾਲਤ, ਜਾਂ D, ਭਾਰਤੀ ਸੰਵਿਧਾਨ। and the correct answer is ਪ੍ਰਸ਼ਨ ਹੈ, ਭਾਰਤ ਵਿੱਚ ਜੱਜਾਂ ਦੀ ਪਦਵੀ ਦੀ ਸੁਰੱਖਿਆ ਨੂੰ
ਕੌਣ ਯਕੀਨੀ ਬਣਾਉਂਦਾ ਹੈ? Who ensures the security of the post of judges in India? ਭਾਰਤ ਵਿੱਚ ਜੱਜਾਂ ਦੀ ਪਦਵੀ ਦੀ ਸੁਰੱਖਿਆ ਨੂੰ ਯਕੀਨੀ ਕੌਣ ਬਣਾਉਂਦਾ ਹੈ? Options are A. Indian Parliament, B. President of India, C. Supreme Court of India, or D. Indian Constitution. I repeat, A. ਭਾਰਤੀ ਸੰਸਦ, B. ਭਾਰਤ ਦੇ ਮਹਾਮਹਿਮ ਰਾਸ਼ਟਰਪਤੀ, C. ਸਰਵਉੱਚ ਅਦਾਲਤ ਜਾਂ D. ਭਾਰਤੀ ਸੰਵਿਧਾਨ। And the correct answer is ਪ੍ਰਸ਼ਨ ਹੈ, ਭਾਰਤ ਵਿੱਚ ਕਿਸ ਚੀਜ਼ ਨੂੰ ਲਾਗੂ ਕਰਾਉਣ ਲਈ ਅਦਾਲਤਾਂ ਦੁਆਰਾ ਰਿਟਸ ਜਾਂ ਆਦੇਸ਼ ਜਾਰੀ ਕੀਤੇ ਜਾਂਦੇ ਹਨ? For the enforcement of what are the writs issued in India? ਭਾਰਤ ਵਿੱਚ ਕਿਸ ਨੂੰ ਲਾਗੂ ਕਰਨ ਲਈ ਰਿਟਸ ਜਾਂ ਆਦੇਸ਼ ਜਾਰੀ ਕੀਤੇ ਜਾਂਦੇ ਹਨ? Options are A. Fundamental rights, B. National emergency, C. Both A and B, or D. None of these. A. ਮੌਲਿਕ ਅਧਿਕਾਰ, B. ਰਾਸ਼ਟਰੀ ਸੰਕਟ ਕਾਲ, C. ਦੋਨੋਂ A ਅਤੇ B, ਜਾਂ D. ਇਹਨਾਂ ਵਿੱਚੋਂ ਕੋਈ ਵੀ ਨਹੀਂ। and the correct answer is ਪ੍ਰਸ਼ਨ ਹੈ, ਭਾਰਤ ਵਿੱਚ ਸਰਕਾਰ ਦੇ ਕਿਸ ਅੰਗ ਨੂੰ ਰਿਟਸ ਜਾਂ ਆਦੇਸ਼ ਜਾਰੀ ਕਰਨ ਦੀ ਤਾਕਤ ਨਾਲ ਨਵਾਜ਼ਿਆ ਗਿਆ ਹੈ? Which branch of the government has been armed with the power to issue the writs in India? ਭਾਰਤ ਵਿੱਚ ਸਰਕਾਰ ਦੇ ਕਿਸ ਅੰਗ ਨੂੰ ਰਿਟਸ ਜਾਂ ਆਦੇਸ਼ ਜਾਰੀ ਕਰਨ ਦੀ ਤਾਕਤ ਨਾਲ ਨਵਾਜ਼ਿਆ ਗਿਆ ਹੈ? Options are A. Legislature, B. Executive, C. Judiciary, or D. Both A and C. Options ਹਨ A. ਵਿਧਾਨ ਪਾਲਿਕਾ, B. ਕਾਰਜਪਾਲਿਕਾ, C. ਨਿਆਂਪਾਲਿਕਾ, ਜਾਂ D. ਦੋਹੇ A ਅਤੇ C। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤ ਦੀ ਸਰਵਉੱਚ ਅਦਾਲਤ ਦੇ ਜੱਜ ਦੀ ਸੇਵਾ ਨਿਵਰਤੀ ਦੀ ਉਮਰ ਕਿੰਨੀ ਹੈ? What is the retirement age of a judge of Supreme Court of India? ਭਾਰਤ ਦੇ ਸੁਪਰੀਮ ਕੋਰਟ ਦੇ ਜੱਜ ਦੀ ਸੇਵਾ ਨਿਵਰਤੀ ਦੀ ਉਮਰ ਕਿੰਨੀ ਹੈ? Options are A. 62 years, B. 65 years, C. 68 years, or D. 70 years. ਪੰਜਾਬੀ ਵਿੱਚ A. 62 ਸਾਲ, B. 65 ਸਾਲ, C. 68 ਸਾਲ, ਜਾਂ D. 70 ਸਾਲ। and the correct answer is ਪ੍ਰਸ਼ਨ ਹੈ ਬੇਟਾ, ਇਹਨਾਂ ਵਿੱਚੋਂ ਕਿਹੜੀ ਭਾਰਤੀ ਨਿਆਂਪਾਲਿਕਾ ਦੀ ਇੱਕ ਖੂਬੀ ਜਾਂ ਵਿਸ਼ੇਸ਼ਤਾ ਹੈ? Which of the following is a feature of Indian judiciary? ਇਹਨਾਂ ਵਿੱਚੋਂ ਕਿਹੜੀ ਇੱਕ ਭਾਰਤੀ ਨਿਆਂਪਾਲਿਕਾ ਦੀ ਖੂਬੀ ਜਾਂ ਵਿਸ਼ੇਸ਼ਤਾ ਹੈ? Options are A. Free and fair judiciary, B. Power of judicial review, C. Both A and B, or D. None of these. ਪੰਜਾਬੀ ਵਿੱਚ A. ਆਜ਼ਾਦ ਅਤੇ ਨਿਰਪੱਖ ਨਿਆਂਪਾਲਿਕਾ, B. ਨਿਆਇਕ ਪੁਨਰ ਨਿਰੀਖਣ ਦੀ ਤਾਕਤ, C. ਦੋਵੇਂ A ਅਤੇ B, ਜਾਂ D. ਇਹਨਾਂ ਵਿੱਚੋਂ
ਕੋਈ ਵੀ ਨਹੀਂ। And the correct answer is ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਹੜਾ ਭਾਰਤ ਦੀ ਨਿਆਂਪਾਲਿਕਾ ਦੁਆਰਾ ਜਾਰੀ ਕੀਤਾ ਜਾਣ ਵਾਲਾ ਆਦੇਸ਼ ਹੈ? Which of the following is a writ issued by the judiciary in India? ਇਹਨਾਂ ਵਿੱਚੋਂ ਭਾਰਤ ਦੀ ਨਿਆਂਪਾਲਿਕਾ ਦੁਆਰਾ ਜਾਰੀ ਕੀਤਾ ਜਾਣ ਵਾਲਾ ਕਿਹੜਾ ਇੱਕ ਆਦੇਸ਼ ਹੈ? Options are A. habeas corpus, B. mandamus, C. both A and B, or D. none of these। ਧਿਆਨ ਦੇਣਾ ਬੇਟਾ। A. ਬੰਦੀ ਪ੍ਰਤੱਖੀਕਰਨ, B. ਪਰਮ ਆਦੇਸ਼, C. ਦੋਹੋਂ A ਅਤੇ B, ਜਾਂ D ਇਹਨਾਂ ਵਿੱਚੋਂ ਕੋਈ ਵੀ ਨਹੀਂ। and the correct answer is ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਹੜਾ ਭਾਰਤ ਦੀ ਨਿਆਂਪਾਲਿਕਾ ਦੁਆਰਾ ਜਾਰੀ ਕੀਤਾ ਜਾਣ ਵਾਲਾ ਆਦੇਸ਼ ਹੈ? Which of the following is a writ issued by the judiciary in India? ਇਹਨਾਂ ਵਿੱਚੋਂ ਭਾਰਤ ਦੀ ਨਿਆਂਪਾਲਿਕਾ ਦੁਆਰਾ ਜਾਰੀ ਕੀਤਾ ਜਾਣ ਵਾਲਾ ਕਿਹੜਾ ਇੱਕ ਆਦੇਸ਼ ਹੈ? Options are A. prohibition, B. quo warranto, C. certiorari, D. all of these। ਪੰਜਾਬੀ ਵਿੱਚ A. ਮਨਾਹੀ ਲੇਖ, B. ਅਧਿਕਾਰ ਪ੍ਰੀਖਿਆ ਲੇਖ, C. ਉਤਪ੍ਰੇਖਣ ਲੇਖ, ਜਾਂ D. ਇਹ ਸਾਰੇ ਹੀ। and the correct answer is ਹਾਂ ਬੇਟਾ, ਸਹੀ ਜਾਂ ਗਲਤ ਦੱਸਣਾ ਹੈ। ਸਰਵਉੱਚ ਅਦਾਲਤ ਦੇ ਜੱਜਾਂ ਦੀ ਤਨਖਾਹ ਜਾਂ ਭੱਤੇ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਘਟਾਏ ਨਹੀਂ ਜਾ ਸਕਦੇ। ਸੈਲਰੀ ਐਂਡ ਪਰਕਸ ਆਫ ਜੱਜਿਸ ਆਫ ਸੁਪਰੀਮ ਕੋਰਟ ਕੈਨ ਨਾਟ ਬੀ ਰਿਡਿਊਸਡ ਡਿਊਰਿੰਗ ਆਫਿਸ। ਸੁਪਰੀਮ ਕੋਰਟ ਯਾਨੀ ਸਰਵਉੱਚ ਅਦਾਲਤ ਦੇ ਜੱਜਾਂ ਦੀ ਤਨਖਾਹ ਅਤੇ ਭੱਤੇ ਉਹਨਾਂ ਦੇ ਕਾਰਜਕਾਲ ਦੌਰਾਨ ਘਟਾਏ ਨਹੀਂ ਜਾ ਸਕਦੇ। ਸਹੀ ਜਾਂ ਗਲਤ? and the correct answer is ਅਗਲਾ ਵੀ ਬੇਟਾ ਸਹੀ ਜਾਂ ਗਲਤ ਦੱਸਣਾ ਹੈ। ਸਰਵਉੱਚ ਅਦਾਲਤ ਆਪਣੇ ਪ੍ਰਸ਼ਾਸਕੀ ਕਰਮਚਾਰੀਆਂ ਦੀ ਨਿਯੁਕਤੀ ਲਈ ਨਿਯਮ ਅਤੇ ਸ਼ਰਤਾਂ ਬਣਾਉਣ ਲਈ ਅਤੇ ਉਹਨਾਂ ਦੀ ਨਿਯੁਕਤੀ ਦੇ ਲਈ ਆਜ਼ਾਦ ਨਹੀਂ ਹੁੰਦੀ ਹੈ। ਸੁਪਰੀਮ ਕੋਰਟ ਇਜ਼ ਨੋਟ ਫ੍ਰੀ ਫਾਰ ਅਪੁਆਇੰਟਮੈਂਟ ਐਂਡ ਮੇਕਿੰਗ ਟਰਮਸ ਐਂਡ ਕੰਡੀਸ਼ਨਸ ਆਫ ਅਪੁਆਇੰਟਮੈਂਟ ਆਫ ਇਟਸ ਐਡਮਿਨਿਸਟ੍ਰੇਟਿਵ ਸਟਾਫ। ਸੁਪਰੀਮ ਕੋਰਟ ਆਪਣੇ ਪ੍ਰਸ਼ਾਸਕੀ ਕਰਮਚਾਰੀਆਂ ਦੀ ਨਿਯੁਕਤੀ ਲਈ ਨਿਯਮ ਅਤੇ ਸ਼ਰਤਾਂ ਬਣਾਉਣ ਲਈ ਅਤੇ ਉਹਨਾਂ ਦੀ ਨਿਯੁਕਤੀ ਲਈ ਆਜ਼ਾਦ ਨਹੀਂ ਹੁੰਦੀ ਹੈ। ਆਪਸ਼ਨਸ ਟਰੂ ਔਰ ਫਾਲਸ। and the correct answer is ਅਗਲਾ ਵੀ ਸਹੀ ਜਾਂ ਗਲਤ ਦੱਸਣਾ ਹੈ ਬੇਟਾ। ਨਿਆਇਕ ਪੁਨਰ ਨਿਰੀਖਣ ਦਾ ਅਰਥ ਹੈ ਕਿ ਨਿਆਂਪਾਲਿਕਾ ਕੋਲ ਵਿਧਾਨ ਮੰਡਲ ਦੇ ਪਾਸ ਕੀਤੇ ਕਾਨੂੰਨਾਂ ਤੇ ਕਾਰਜਪਾਲਿਕਾ ਦੇ ਜਾਰੀ ਕੀਤੇ ਆਦੇਸ਼ਾਂ ਨੂੰ ਸੰਵਿਧਾਨਕ ਕਸੌਟੀ ਤੇ ਪਰਖਣ ਦੀ ਸ਼ਕਤੀ ਹੈ। Power of judicial review means to sit on judgment over the orders of the executive and laws of the legislature for their constitutional validity। ਨਿਆਇਕ ਪੁਨਰ ਨਿਰੀਖਣ ਦਾ ਅਰਥ ਹੈ ਕਿ ਨਿਆਂਪਾਲਿਕਾ ਕੋਲ ਵਿਧਾਨ ਮੰਡਲ ਦੇ ਪਾਸ ਕੀਤੇ ਕਾਨੂੰਨਾਂ ਤੇ ਕਾਰਜਪਾਲਿਕਾ ਦੇ ਜਾਰੀ ਕੀਤੇ ਆਦੇਸ਼ਾਂ ਨੂੰ ਸੰਵਿਧਾਨਕ ਕਸੌਟੀ ਤੋਂ ਪਰਖਣ ਦੀ ਸ਼ਕਤੀ ਹੈ। ਸਹੀ ਜਾਂ ਗਲਤ?
And the correct answer is ਅੱਗੇ ਬੇਟਾ ਤੁਸੀਂ ਸਾਲ ਦੱਸਣਾ ਹੈ। ਭਾਰਤ ਵਿੱਚ ਡੈਸ਼ ਸਾਲ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦੀ ਸਥਾਪਨਾ ਕੀਤੀ ਗਈ ਸੀ। ਇਨ ਇੰਡੀਆ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਵਾਸ ਐਸਟੈਬਲਿਸ਼ਡ ਇਨ ਡੈਸ਼। ਭਾਰਤ ਵਿੱਚ ਡੈਸ਼ ਸਾਲ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦੀ ਸਥਾਪਨਾ ਕੀਤੀ ਗਈ ਸੀ। ਆਪਸ਼ਨਸ ਆਰ A 1983, B 1993, C 2003 or D 2013। ਪੰਜਾਬੀ ਵਿੱਚ A 1983, B 1993, C 2003 ਜਾਂ D 2013। and the correct answer is ਕੱਲ ਬੇਟਾ ਤੁਹਾਡੀ ਫੇਵਰੇਟ ਮੈਗਾ ਕੁਇਜ਼ ਹੋਊਗੀ, ਜਿਹੜਾ ਫੁੱਲ ਲੈਸਨ ਮੌਲਿਕ ਅਧਿਕਾਰਾਂ ਦਾ ਇਸ ਤੇ ਆਧਾਰਿਤ ਹੋਊਗੀ। ਦੱਬ ਕੇ ਤਿਆਰੀ ਕਰਨਾ ਤੇ ਜਿੱਤਣ ਦੀ ਪੂਰੀ ਕੋਸ਼ਿਸ਼ ਕਰਨਾ। ਬੈਸਟ ਆਫ ਲੱਕ। ਜਿਹੜਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਹੈ, ਉਹਦੇ ਤੇ ਫੁੱਲ ਲੈਸਨ ਤੁਸੀਂ ਵਾਚ ਕਰ ਸਕਦੇ ਹੋ।